ਪੁੱਤ ਦੇ ਚਲੇ ਜਾਣ ਦਾ ਸਾਨੂੰ ਦੁੱਖ ਤੇ ਬਹੁਤ ਆ, ਕਿਉਂਕਿ ਪੁੱਤ ਹੀ ਮਾਂ ਪਿਓ ਦੇ ਸਹਾਰਾ ਹੋਇਆ ਕਰਦੇ ਨੇ। ਔਰ ਜਵਾਨ ਪੁੱਤ ਜੇ ਘਰ 'ਚੋਂ ਇਕੱਲਾ ਹੋਵੇ, ਉਹ ਚਲਿਆ ਜਾਵੇ, ਉਹ ਮਾਂ ਪਿਓ ਹੀ ਜਾਣ ਸਕਦਾ ਹੈ ਕਿ ਉਹਨੂੰ ਕਿੰਨਾ ਦੁੱਖ ਹੈ। ਆਪਣੀ +2 ਕਰਕੇ ਤੇ ਆਈਲੈਟ ਕਰ ਰਿਹਾ ਸੀਗਾ ਤੇ ਉਹਦੇ ਸੁਪਨੇ ਸੀ ਬਾਹਰ ਜਾਣ ਦੇ। ਸਜ਼ਾ ਹੋਣੀ ਚਾਹੀਦੀ ਹੈ, ਜਿਹੜਾ ਸਾਡਾ ਕਾਤਲ ਉਹਨੂੰ ਸਜ਼ਾ ਹੋਣੀ ਚਾਹੀਦੀ। ਕੁਝ ਨਹੀਂ ਕਰਨਾ। ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਮਾਂ ਦੇ ਹੰਝੂ ਹੈ ਜਿਹੜੇ ਉਹ ਜਦੋਂ ਵਕਤ ਤੁਰਦੇ ਆ ਤਾਂ ਪੀੜ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਜਿਸ ਮਾਂ ਨੇ ਆਪਣੇ ਪੁੱਤ ਲਈ ਕਈ ਸਦਰਾਂ ਮਨ 'ਚ ਵਸੋਈਆਂ ਹੁੰਦੀਆਂ, ਹਰ ਇੱਕ ਮਾਂ ਪਿਓ ਦੀਆਂ ਸਦਰਾਂ ਨੇ ਜਿਹੜੀਆਂ ਉਹ ਹੁੰਦੀਆਂ ਨੇਗੀਆਂ। ਤੁਸੀਂ ਲਵਪ੍ਰੀਤ ਦੇ ਮਾਤਾ ਜੀ ਦਾ ਹਾਲ ਦੇਖ ਹੀ ਰਹੇ ਹੋ। ਤਬੀਅਤ ਵੀ ਉਸੇ ਦਿਨ ਤੋਂ ਜਿਹੜੀ ਹੈ ਉਹ ਨਾਸਾਜ਼ ਹੈ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਜਿੱਥੇ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦਾ ਵਿਰੋਧ ਕਰਨ ਲਈ ਪਹੁੰਚੇ ਕਿਸਾਨਾਂ ਦੇ ਉੱਤੇ ਕੁਝ ਗੱਡੀਆਂ ਚੜ੍ਹ ਜਾਂਦੀਆਂ ਨੇ, ਜਿਨ੍ਹਾਂ ਗੱਡੀਆਂ ਦਾ ਸਬੰਧ ਹੈ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੇ ਉਸਦੇ ਪੁੱਤਰ ਦੇ ਨਾਲ ਦੱਸਿਆ ਜਾਂਦਾ ਹੈ। ਤਾਂ ਉਹਨਾਂ ਦੇ ਉੱਤੇ ਇਲਜ਼ਾਮ ਵੀ ਲਾਏ ਜਾਂਦੇ ਹੈ ਕਿ ਇਹ ਗੱਡੀਆਂ ਉਹਨਾਂ ਦੀਆਂ ਨੇ ਤੇ ਅਜੇ ਮਾਫ ਕਰਨਾ ਜਿਹੜਾ ਆਸ਼ੀਸ਼ ਮਿਸ਼ਰਾ ਹੈ ਉਹਨਾਂ ਗੱਡੀਆਂ ਨੂੰ ਚਲਾ ਰਿਹਾ ਸੀ। ਤਾਂ ਅੱਜ ਤੇ ਬੀਤੀ ਕੱਲ ਜਿਹੜੀ ਹੈ ਲਗਾਤਾਰ ਕਾਨੂੰਨੀ ਪੇਸ਼ਾਂ ਦੇ ਵਿੱਚ ਅਜੇ ਆਸ਼ੀਸ਼ ਮਿਸ਼ਰਾ ਜਿਹੜਾ ਉਹ ਫਸਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਪੁਲਿਸ ਹਿਰਾਸਤ ਦੇ ਵਿੱਚ ਵੀ ਹੈ। ਤੇ ਇਸ ਘਟਨਾ ਦੇ ਵਿੱਚ ਜਿਹੜੀ ਹੈ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜਿਨ੍ਹਾਂ ਵਿੱਚੋਂ 4 ਕਿਸਾਨ ਨੇ ਜਿਨ੍ਹਾਂ ਦੀ ਉਸ ਮੌਕੇ ਜਾਨ ਜਾਂਦੀ ਹੈ। ਉਹਨਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਕਿਸਾਨ ਲਵਪ੍ਰੀਤ ਸਿੰਘ ਸੀ। ਹਾਲੇ ਲਵਪ੍ਰੀਤ ਸਿੰਘ ਜਿਹੜਾ ਪੜ੍ਹਾਈ ਪੂਰੀ ਕਰਕੇ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ ਤੇ ਤਿਆਰੀ ਤੋਂ ਬਾਅਦ ਸੁਪਨੇ ਸਨ ਬਾਹਰ ਜਾਣ ਦੇ, ਮਾਪਿਆਂ ਨੂੰ ਚੰਗਾ ਭਵਿੱਖ ਦੇਣ ਦੇ, ਭੈਣਾਂ ਦਾ ਵਿਆਹ ਕਰਨ ਦੇ, ਬਹੁਤ ਸਾਰੀਆਂ ਸਦਰਾਂ ਸਨ। ਪਰ ਕਿਸਾਨੀ ਅੰਦੋਲਨ ਦੇ ਉੱਤੋਂ ਜਿਹੜਾ ਹੈ ਉਹ ਆਪਣੀਆਂ ਸਦਰਾਂ ਨੂੰ ਜਿਹੜਾ ਨਿਸ਼ਾਵਰ ਕਰ ਗਿਆ। ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ। ਕੱਲ ਨੂੰ ਜਿਹੜਾ ਉਹਨਾਂ ਦੇ ਅੰਤਿਮ ਅਰਦਾਸ ਵੀ ਹੋਣੀ ਹੈ, ਤਾਂ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਗੱਲ ਕਰਨ ਦੀ। ਪਰਿਵਾਰ ਇਸ ਘਟਨਾ ਤੋਂ ਬਾਅਦ ਕੀ ਸੋਚਦਾ ਹੈ, ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਉਹਨਾਂ ਦੇ ਪਿਤਾ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਹਾਡੇ ਪੁੱਤ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜਿਹੜੀ ਕਿਸਾਨਾਂ ਦੇ ਜਿਹੜੀ 3 ਕਾਨੂੰਨਾਂ ਖਿਲਾਫ ਲੜਾਈ ਹੈ ਉਹ ਤੋਂ ਨਿਸ਼ਾਵਰ ਕਰ ਦਿੱਤੀ। ਉਸ ਤੋਂ ਬਾਅਦ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ, ਤੁਹਾਡਾ ਕੀ ਸੋਚਣਾ ਹੈ? ਕਿਉਂਕਿ ਇੱਕ ਪਿਓ ਲਈ ਜਦੋਂ ਪੁੱਤ ਜਵਾਨ ਹੋ ਜਾਂਦਾ ਹੈ ਉਹਦੀਆਂ ਬਹੁਤ ਸਾਰੀਆਂ ਸਦਰਾਂ ਹੁੰਦੀਆਂ ਨੇ ਕਿ ਮੇਰਾ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਜਿਹੜੀਆਂ ਘਰ ਦੀਆਂ ਤੰਗੀਆਂ ਦੋਸ਼ੀਆਂ ਨੇ ਦੂਰ ਕਰਨੀਆਂ ਹੁੰਦੀਆਂ, ਤੇ ਉਸ ਸਮੇਂ ਪੁੱਤ ਦਾ ਚਲੇ ਜਾਣਾ ਕਿਵੇਂ ਦਾ ਮਹਿਸੂਸ ਹੁੰਦਾ? ਹਾਂਜੀ, ਪੁੱਤ ਦੇ ਚਲੇ ਜਾਣ ਦਾ ਸਾਨੂੰ ਦੁੱਖ ਤੇ ਬਹੁਤ ਆ, ਕਿਉਂਕਿ ਪੁੱਤ ਹੀ ਮਾਂ ਪਿਓ ਦੇ ਸਹਾਰਾ ਹੋਇਆ ਕਰਦੇ ਨੇ। ਔਰ ਜਵਾਨ ਪੁੱਤ ਜੇ ਘਰ 'ਚੋਂ ਇਕੱਲਾ ਹੋਵੇ, ਉਹ ਚਲਿਆ ਜਾਵੇ, ਉਹ ਮਾਂ ਪਿਓ ਹੀ ਜਾਣ ਸਕਦਾ ਹੈ ਕਿ ਉਹਨੂੰ ਕਿੰਨਾ ਦੁੱਖ ਹੈ। ਬਾਕੀ ਇਸ ਗੱਲ ਦਾ ਸਾਨੂੰ ਕੁਛ ਮਾਣ ਵੀ ਹੈ ਕਿ ਜਿਹੜਾ ਦੇਸ਼ ਵਾਸਤੇ, ਇਸ ਕਾਨੂੰਨ ਵਾਸਤੇ, ਜਿਹੜੇ ਕਿਸਾਨੀ ਸੰਘਰਸ਼ ਮੋਰਚੇ ਵਾਸਤੇ ਆਪਣੀ ਸ਼ਹੀਦੀ ਪਾ ਗਿਆ, ਉਹਦੇ ਉੱਤੇ ਸਾਨੂੰ ਕੁਛ ਗਰਵ ਵੀ ਆ। ਲੇਕਿਨ ਇਹ ਦੁੱਖ ਆ ਕਿ ਸਾਡੀ ਸਾਰੀ ਜ਼ਿੰਦਗੀ ਸਾਨੂੰ ਉਹ ਯਾਦ ਰਹੇਗਾ, ਉਹਦੀ ਕਮੀ ਸਾਨੂੰ ਖਲਦੀ ਰਹੇਗੀ। ਜਿਵੇਂ ਤੁਸੀਂ ਕਿਹਾ ਕਿ ਮਾਣ ਹੈ, ਕਿਉਂਕਿ ਲਗਭਗ 700 ਕਿਸਾਨ ਨੇ, ਉਹਨਾਂ ਦੇ ਵਿੱਚ ਲਵਪ੍ਰੀਤ ਦਾ ਨਾਂ ਵੀ ਜੁੜੂਗਾ ਤੇ ਉਹਦਾ ਨਾਂ ਇਸ ਤਰੀਕੇ ਨਾਲ ਜੁੜਨਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹਾਦਤ ਹੋਈ ਹੈ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਸ ਵਿਅਕਤੀ ਨੇ ਜਿਹੜੇ ਆਸ਼ੀਸ਼ ਮਿਸ਼ਰਾ ਆ ਜਾਂ ਉਹਦਾ ਪਿਓ ਹੈ ਅਜੇ ਮਿਸ਼ਰਾ, ਉਹਨਾਂ ਦੀ ਕਾਰਗੁਜ਼ਾਰੀ ਤੁਹਾਨੂੰ ਕਿਵੇਂ ਲੱਗਦੀ ਹੈ ਕਿ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਤੁਸੀਂ ਇਸ ਮਾਮਲੇ? ਵੇਖੋ ਜੀ, ਜਿਹੜਾ ਬਾਪ ਕੇਂਦਰੀ ਗ੍ਰਹਿ ਰਾਜ ਮੰਤਰੀ ਹੋਵੇ, ਉਹ ਪ੍ਰਸ਼ਾਸਨ ਉਹਦੇ ਸਾਰਾ ਅੰਡਰ ਵਿੱਚ ਹੋਵੇ, ਉਹਦੇ ਪੁੱਤਰ 'ਤੇ ਕਾਰਵਾਈ ਤੇ ਬਹੁਤ ਲੇਟ ਹੋਈ। ਔਰ ਇਸ ਟਾਈਮ ਜਾ ਕੇ ਕੱਲ੍ਹ ਉਹਦੀ ਅਰੈਸਟਿੰਗ ਹੋਈ ਹੈ ਔਰ ਉਹਨੂੰ ਕੱਲ੍ਹ ਨੂੰ ਉੱਥੇ ਜ਼ਿਲ੍ਹਾ ਮੈਜਿਸਟਰੇਟ ਪੇਸ਼ ਕੀਤਾ ਜਾਣਾ ਹੈ। ਹੁਣ ਵੇਖੋ ਇਹਦੇ 'ਤੇ ਕੀ ਤਰ੍ਹਾਂ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਸਤੀਫਾ ਹੋਵੇ ਤੇ ਇਸ ਬੇਟੇ 'ਤੇ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਹੋਵੇ। ਤੇ ਇੱਥੋਂ ਤੱਕ ਕਿ 8-9 ਜਣਿਆਂ ਦਾ ਇਹ ਹਥਿਆਰਾ ਆ, ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਤਾਂ ਗੱਲ ਹੋ ਗਈ ਆਪਣੀ ਜਿਹੜੀ ਉਹ ਸਜ਼ਾ ਹੋਣੀ ਚਾਹੀਦੀ, ਤੁਹਾਡੀਆਂ ਮੰਗਾਂ ਨੇਗੀਆਂ, ਇਸ ਮਾਮਲੇ ਦੀ ਜਾਂਚ ਵੀ ਚੱਲਣੀ ਹੈ ਹਜੇ।
ਪਰ ਜੇ ਆਪਾਂ ਗੱਲ ਕਰਦੇ ਹਾਂ ਲਵਪ੍ਰੀਤ ਦੀ, ਲਵਪ੍ਰੀਤ ਕੀ ਸੋਚਦਾ ਸੀ? ਜਵਾਨ ਹੋਇਆ ਸੀ, ਆਈਲੈਟਸ ਕਰ ਰਿਹਾ ਸੀ, ਕਿਸ ਤਰ੍ਹਾਂ ਦੇ ਸੁਪਨੇ ਸਨ ਉਸਦੇ? ਲਵਪ੍ਰੀਤ ਆਪਣੇ +2 ਕਰਕੇ ਤੇ ਆਈਲੈਟ ਕਰ ਰਿਹਾ ਸੀਗਾ, ਤੇ ਉਹਦੇ ਸੁਪਨੇ ਸੀ ਬਾਹਰ ਜਾਣ ਦੇ, ਕਿਉਂਕਿ ਆਪ ਸਭ ਜਾਣਦੇ ਹੀ ਹੋ ਕਿ ਆਪਣੇ ਇੰਡੀਆ ਦੇ ਅੰਦਰ ਨੌਕਰੀਆਂ ਨਹੀਂ ਸਮਾਨ ਸਿੱਖਾਂ ਨੂੰ ਮਿਲਦੀਆਂ, ਜ਼ਿਆਦਾ ਫਿਰ ਆਰਮੀ ਦੇ ਵਿੱਚ ਹੀ ਉਹ ਮਿਲਦੀ ਹੈ। ਲੇਕਿਨ ਉਹਦੀ ਇੱਛਾ ਆਰਮੀ ਵਿੱਚ ਜਾਣ ਦੀ ਨਹੀਂ ਸੀ। ਉਹਨੇ ਸੋਚਿਆ ਕਿ ਮੈਂ ਬਾਹਰ ਹੀ ਜਾਵਾਂਗਾ, ਸਟੱਡੀ ਬੇਸ 'ਤੇ ਪੜ੍ਹਾਂਗਾ, ਫਿਰ ਉੱਥੇ ਕੋਈ ਜੋਬ ਕਰਕੇ ਤੇ ਆਪਣਾ ਸੁਨਹਿਰਾ ਭਵਿੱਖ ਆਪਣੇ ਮਾਂ ਪਿਓ ਦਾ ਬਣਾਵਾਂਗਾ। ਤੁਹਾਡੀਆਂ 2 ਬੇਟੀਆਂ ਨੇ, ਲਵਪ੍ਰੀਤ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਹੁਣ ਤੁਹਾਡੇ ਤੇ ਹੈ, ਉਹਨਾਂ ਦੇ ਵਿਆਹ ਕਰਨ ਦੀ, ਪੜ੍ਹਾਈ ਦੀ। ਤਾਂ ਹੁਣ ਤੁਸੀਂ ਕਿਵੇਂ ਕਰੋਗੇ? ਕਿਉਂਕਿ ਇੱਕ ਪੁੱਤ ਦਾ ਚਲੇ ਜਾਣਾ, ਉਸ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਕਈ ਗੁਣਾ ਵੱਧ ਗਈਆਂ ਨੇ। ਦੇਖੋ ਜੀ, ਮੁਸ਼ਕਿਲਾਂ ਤਾਂ ਬਹੁਤ ਵੱਧ ਗਈਆਂ ਨੇ, ਔਰ ਇਹਨਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਜੋ ਮਾਲਕ ਦਾ ਓਟ ਆਸਰਾ ਲੈ ਕੇ ਤੇ ਨਿਪਟਾਂਗੇ, ਜਿਵੇਂ ਵੀ ਨਿਪਟਿਆ ਜਾਏਗਾ ਸਾਡੇ ਕੋਲੋਂ। ਹਾਂਜੀ, ਉਹ ਸਤਿਗੁਰ ਦੀ ਕਿਰਪਾ ਚਾਹੀਦੀ ਹੈ, ਉਸੇ ਨੇ ਸਭ ਕੁਝ ਹੱਲ ਕਰਨਾ ਹੈ ਸਾਡਾ। ਜਿਹੜੀ ਕਾਰਵਾਈ ਹੋਈ ਜਾਂ ਜਿਹੜਾ ਸਮਝੌਤਾ ਹੋਇਆ ਜੀ ਉਸ ਦਿਨ 4 ਤਰੀਕ ਨੂੰ, ਜਿਵੇਂ ਰਕੇਸ਼ ਟਕੈਤ ਹੁਣੀ ਆਏ, ਸਾਰਿਆਂ ਨੇ ਕੀਤਾ, ਮੁਆਵਜ਼ੇ ਦੀ ਗੱਲ ਵੀ ਹੋਈ। ਤੁਸੀਂ ਪਹਿਲਾਂ ਹੀ ਦੱਸਿਆ ਵੀ ਮੰਗ ਦਾ ਜਿਹੜੀ ਹੈ ਅਜੇ ਮਿਸ਼ਰੇ ਦੇ ਅਸਤੀਫੇ ਦੀ ਤੇ ਆਸ਼ੀਸ਼ ਮਿਸ਼ਰੇ ਨੂੰ ਜਿਹੜੀ ਤੁਸੀਂ ਗੱਲ ਸਜ਼ਾ ਦੀ ਗੱਲ ਕੀਤੀ ਹੈ ਉਹ ਹੈ। ਜਿਹੜਾ ਉਸ ਦਿਨ ਸਮਝੌਤਾ ਆ ਉਸ ਨਾਲ ਤੁਹਾਡੀ ਸੰਤੁਸ਼ਟੀ ਹੈਗੀ ਹੈ ਕਿ ਠੀਕ ਹੋਇਆ, ਜਾਂ ਕਿਵੇਂ, ਤੁਹਾਨੂੰ ਕੀ ਲੱਗਦਾ? ਤਾਂ ਹੀ ਹੁਣ ਜੇ ਕਹਿ ਦਈਏ ਮੁਆਵਜ਼ੇ ਦੇ ਨਾਲ ਅਸੀਂ ਸੰਤੁਸ਼ਟ ਹੋ ਜਾਈਏ, ਦੇਖੋ ਸਾਡਾ ਜਵਾਨ ਪੁੱਤ ਚਲੇ ਗਿਆ, ਮੁਆਵਜ਼ਾ ਉਹਦੇ ਅੱਗੇ ਕੋਈ ਚੀਜ਼ ਨਹੀਂ ਆ। ਜਿਹੜੀ ਸਾਨੂੰ ਆਪਣੇ ਪੁੱਤ ਦੀ ਘਾਟ ਪਈ ਹੈ ਇਹ ਕਦੇ ਪੂਰੀ ਨਹੀਂ ਹੋ ਸਕਦੀ, ਤੇ ਮੁਆਵਜ਼ੇ ਦੇ ਨਾਲ ਪੁੱਤ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਤੇ ਹੁਣ ਸਰਕਾਰਾਂ ਨੇ ਕੁਛ ਨਾ ਕੁਛ ਆਪਣਾ ਜਿਹੜਾ ਆ ਕਲੇਮ ਦੇ ਕੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਾਂਜੀ, ਤਾਂ ਇਹ ਸਨ ਲਵਪ੍ਰੀਤ ਦੇ ਪਿਤਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਤਾਂ ਉਹਨਾਂ ਦੇ ਮਾਤਾ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਦੋਂ ਇੱਕ ਪਰਿਵਾਰ ਦੇ ਵਿੱਚੋਂ ਨੌਜਵਾਨ ਪੁੱਤ ਚਲੇ ਜੇ, ਉਸ ਪਰਿਵਾਰ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ ਅਸੀਂ ਸਾਰੇ ਜਾਣਦੇ ਹਾਂ। ਜਦੋਂ ਪਰਿਵਾਰ ਦੀਆਂ ਬਹੁਤ ਸਾਰੀਆਂ ਸਦਰਾਂ ਹੁੰਦੀਆਂ ਨੇ, ਮਾਂ ਪਿਓ ਦੀਆਂ ਬਹੁਤ ਸਾਰੀਆਂ ਸਦਰਾਂ ਹੁੰਦੀਆਂ ਨੇ, ਪੁੱਤ ਨੂੰ ਸਿਹਰੇ ਲਾਉਣੇ ਹੁੰਦੇ ਆ, ਉਸ ਤੋਂ ਬਾਅਦ ਬਰਾਤਾਂ ਜਾਣੀਆਂ ਹੁੰਦੀਆਂ। ਪਰ ਉਸੇ ਦਰਮਿਆਨ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ, ਉਹ ਮਾਂ ਪਿਓ ਦਾ ਦਿਲ ਹੈ ਜਿਹੜਾ ਉਹ ਉਹੀ ਜਾਣਦਾ, ਉਸ ਨੂੰ ਮੈਂ ਜਾਂ ਤੁਸੀਂ ਜਿਹੜਾ ਆ ਉਹ ਸ਼ਬਦਾਂ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਬਿਆਨ ਨਹੀਂ ਕਰ ਸਕਦੇ। ਜਿਸ ਸਮੇਂ ਪੁੱਤ ਨੇ ਜਵਾਨ ਹੋ ਕੇ ਕਮਾਈ ਕਰਕੇ ਘਰਾਂ ਨੂੰ ਬਣਾਉਣਾ ਹੋਵੇ, ਭੈਣਾਂ ਦੇ ਵਿਆਹ ਕਰਨੇ ਹੋਣ, ਉਹ ਪੁੱਤ ਚਲੇ ਜਾਵੇ, ਤਾਂ ਉਸ ਮਾਂ ਪਿਓ ਦਾ ਦੁੱਖ ਹੈ ਜਿਹੜਾ ਇਹ ਸਿਰਫ ਉਹੀ ਦੱਸ ਸਕਦੇ। ਤਾਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਮਾਤਾ ਜੀ, ਤੁਹਾਡਾ ਦੁੱਖ ਹੈ ਜਿਹੜਾ ਉਹ ਕੋਈ ਨਹੀਂ ਬਿਆਨ ਕਰ ਸਕਦਾ, ਹੌਸਲਾ ਰੱਖੋ, ਕੋਈ ਨਹੀਂ ਬਿਆਨ ਕਰ ਸਕਦਾ। ਲਵਪ੍ਰੀਤ ਤੁਹਾਡਾ ਪੁੱਤ ਸੀਗਾ, ਉਹਦਾ ਖੱਪਾ ਜਿਹੜਾ ਕਦੇ ਵੀ ਜ਼ਿੰਦਗੀ ਦੇ ਵਿੱਚ ਉਹ ਪੂਰਿਆ ਨਹੀਂ ਜਾ ਸਕਦਾ। ਕਿਵੇਂ ਲੱਗਦਾ ਤੁਹਾਨੂੰ ਜਦੋਂ ਪੁੱਤ ਨੂੰ ਤੁਸੀਂ ਜਵਾਨ ਹੁੰਦਾ ਵੇਖਦੇ ਸੀ? ਬੜੀਆਂ ਸਦਰਾਂ ਸੀਗੀਆਂ ਤੁਹਾਡੀਆਂ। ਉਹਨੂੰ ਸਜ਼ਾ ਹੋਣੀ ਚਾਹੀਦੀ ਵਾ, ਜਿਹੜਾ ਸਾਡਾ ਪੁੱਤਰ ਕਾਤਲ ਉਹਨੂੰ ਸਜ਼ਾ ਹੋਣੀ ਚਾਹੀਦੀ, ਹੋਰ ਕੁਛ ਨਹੀਂ ਸਾਨੂੰ ਚਾਹੀਦਾ। ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਮਾਂ ਦੇ ਹੰਝੂ ਹੈ ਜਿਹੜੇ ਉਹ ਜਦੋਂ ਵਕਤ ਤੁਰਦੇ ਆ ਤਾਂ ਪੀੜ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਜਿਸ ਮਾਂ ਨੇ ਆਪਣੇ ਪੁੱਤ ਲਈ ਕਈ ਸਦਰਾਂ ਮਨ 'ਚ ਵਸੋਈਆਂ ਹੁੰਦੀਆਂ, ਹਰ ਇੱਕ ਮਾਂ ਪਿਓ ਦੀਆਂ ਸਦਰਾਂ ਨੇ ਜਿਹੜੀਆਂ ਉਹ ਹੁੰਦੀਆਂ ਨੇਗੀਆਂ। ਤੁਸੀਂ ਲਵਪ੍ਰੀਤ ਦੇ ਮਾਤਾ ਜੀ ਦਾ ਹਾਲ ਦੇਖ ਹੀ ਰਹੇ ਹੋ, ਤਬੀਅਤ ਵੀ ਉਸੇ ਦਿਨ ਤੋਂ ਜਿਹੜੀ ਹੈ ਉਹ ਨਾਸਾਜ਼ ਹੈ। ਤਾਂ ਅਸੀਂ ਵੀ ਉਸ ਤਰੀਕੇ ਨਾਲ ਉਹਨਾਂ ਤੋਂ ਗੱਲ ਨਹੀਂ ਕਰ ਸਕੇ ਜਿਸ ਤਰੀਕੇ ਨਾਲ ਅਸੀਂ ਸੋਚਦੇ ਸਾਂ। ਤਾਂ ਇਹ ਲਗਾਤਾਰ ਤੁਹਾਡੇ ਨਾਲ ਗੱਲ ਕਰਾ ਰਹੇ ਸੀ, ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਵੀ ਇਹ ਕੰਮ ਕੀਤਾ। ਜਾਣੀ ਕਿ ਸਿੱਧਾ ਕਹਿਣ ਦਾ ਮਤਲਬ ਇਹ ਹੈ ਕਿ ਆਸ਼ੀਸ਼ ਮਿਸ਼ਰੇ ਨੂੰ ਜਿਹੜੀ ਹੈ ਉਹ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਹੰਝੂਆਂ ਦਾ ਜਿਹੜਾ ਮੁੱਲ ਹੈ ਉਹ ਕੋਈ ਨਹੀਂ ਦੇ ਸਕਦਾ। ਤਾਂ ਇਹਨਾਂ ਹੰਝੂਆਂ ਦਾ ਮੁੱਲ ਹੈ ਉਹ ਕੋਈ ਨਹੀਂ ਦੇ ਸਕਦਾ, ਕਿਉਂਕਿ ਇੱਕ ਮਾਂ ਲਈ ਜਿਹੜਾ ਪੁੱਤ ਤੇ ਔਲਾਦ ਹੁੰਦੀ ਹੈ ਉਹ ਸਭ ਤੋਂ ਅਹਿਮ ਹੁੰਦੀ ਹੈ।
ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਚਾਹੇ ਲੱਖ ਕਰੋੜਾਂ ਦੇ ਮੁਆਵਜ਼ੇ ਕਿਉਂ ਨਾ ਦੇ ਲੈਣ, ਪਰ ਪਰਿਵਾਰ ਦੇ ਲਈ ਜਿਹੜਾ ਹੈ ਉਹ ਉਸ ਦੀ ਔਲਾਦ, ਉਸ ਦਾ ਪੁੱਤ ਜਿਹੜਾ ਹੈ ਇਸ ਸਮੇਂ ਇੱਥੋਂ ਜਾ ਚੁੱਕਿਆ ਹੈ, ਕਿਸਾਨੀ ਅੰਦੋਲਨ ਦੀ ਤੋਂ ਆਪਣੀ ਜਿਹੜੀ ਹੈ ਜਾਨ ਉਹ ਵਾਰ ਚੁੱਕਿਆ। ਤਾਂ ਉਸ ਪਰਿਵਾਰ ਦੇ ਲਈ ਇੱਕ ਮਾਣ ਵਾਲੀ ਗੱਲ ਹੋ ਸਕਦੀ ਹੈ, ਪਰ ਉਸ ਦੀ ਕਮੀ ਹੈ ਜਿਹੜੀ ਲਵਪ੍ਰੀਤ ਦੀ, ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਲਖੀਮਪੁਰ ਖੀਰੀ ਤੋਂ ਜਗਬਾਣੀ ਟੀਵੀ ਦੇ ਲਈ ਕੈਮਰਾਮੈਨ ਗੁਰਦੇਵ ਦੇ ਨਾਲ ਮੈਂ ਹਰਿੰਦਰ ਬਾਜਵਾ।